हे एवरीवन आई होप यू ऑल आर वेरी वेल। ਤਾਂ ਅੱਜ ਦੀ ਇਹ ਵੀਡੀਓ ਕਾਫੀ ਇੰਪੋਰਟੈਂਟ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ ਆਈਲੈਟਸ ਦੀ ਰੀਡਿੰਗ ਦਾ ਇੱਕ ਅਜਿਹਾ ਪਾਰਟ ਹੈ ਜਿਸ ਨੂੰ ਸਭ ਤੋਂ ਔਖਾ ਪਾਰਟ ਮੰਨਿਆ ਜਾਂਦਾ। ਮੋਸਟ ਆਫ ਦੀ ਆਈਲੈਟਸ ਕੇ ਸਟੂਡੈਂਟ ਇਹਦੇ ਵਿੱਚ ਜਿਹੜਾ ਕਿ ਡਿਫਿਕਲਟੀ ਫੇਸ ਕਰਦੇ ਆ। ਮੈਂ ਤੁਹਾਨੂੰ ਅੱਜ ਲਿਸਟ ਆਫ ਹੈਡਿੰਗ ਸੋਲਵ ਕਰਕੇ ਦਿਖਾਊਂਗਾ ਵੀ ਕਿੱਦਾਂ ਤੁਸੀਂ ਆਸਾਨੀ ਦੇ ਨਾਲ ਲਿਸਟ ਆਫ ਹੈਡਿੰਗ ਦਾ ਜਿਹੜਾ ਆਨਸਰ ਆ ਉਹ ਲੱਭ ਸਕਦੇ ਹੋ ਤੇ ਤੁਹਾਡੇ ਜਿਹੜੇ ਮੋਸਟ ਆਫ ਦੀ ਜੇ ਮੰਨ ਲਓ ਵੀ ਤੁਹਾਨੂੰ 6 ਆਏ ਨੇ ਲਿਸਟ ਆਫ ਹੈਡਿੰਗ ਦਾ ਉਹਨਾਂ ਵਿੱਚੋਂ 5 ਸਹੀ ਜਾਣਗੇ। ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੂੰਗਾ, ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ, ਆਈਲੈਟਸ ਪਲਾਜ਼ਾ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅੱਗੇ ਚੱਲ ਕੇ ਹਰ ਇੱਕ ਮੋਡਿਊਲ ਦੇ ਬਾਰੇ ਇਦਾਂ ਹੀ ਟਿਪਸ ਐਂਡ ਟ੍ਰਿਕਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਲਿਸਟ ਆਫ ਹੈਡਿੰਗ ਨੂੰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨ ਜਿਹੜੀਆਂ ਗੱਲਾਂ ਦੀ ਗੱਲ ਕੀਤੀ ਆ ਉਹ ਮੈਂ ਤੁਹਾਨੂੰ ਦੱਸ ਦੇਣਾ। ਇਹ ਤਿੰਨ ਤਰੀਕੇ ਨੇ ਜਿਹੜੇ ਕਿ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਜਿਹੜਾ ਪਹਿਲਾ ਤਰੀਕਾ ਉਹ ਇਹ ਆ ਕਿ ਲਿਸਟ ਆਫ ਹੈਡਿੰਗ ਯਾਨੀ ਕਿ ਪੈਰਾਗ੍ਰਾਫ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਜਿਹੜੇ ਲਿਸਟ ਆਫ ਹੈਡਿੰਗ ਦਿੱਤੇ ਗਏ ਨੇ ਇੱਥੇ ਜਿਵੇਂ ਕਿ 10 ਦਿੱਤੇ ਗਿਆ ਇਹ ਤੁਹਾਨੂੰ ਪੜ੍ਹ ਲੈਣੇ ਚਾਹੀਦੇ ਆ। ਕੁਝ ਕਹਿੰਦੇ ਆ ਵੀ ਨਹੀਂ ਪੜ੍ਹਨੇ ਚਾਹੀਦੇ, ਸਿੱਧਾ ਤੁਹਾਨੂੰ ਪੈਰਾਗ੍ਰਾਫ ਪੜ੍ਹਨਾ ਚਾਹੀਦਾ, ਪਰ ਮੈਂ ਤੁਹਾਨੂੰ ਇਹ ਇਦਾਂ ਰਿਕਮੈਂਡ ਨਹੀਂ ਕਰੂੰਗਾ। ਤੁਹਾਨੂੰ ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਪੜ੍ਹ ਲੈਣੀ ਚਾਹੀਦੀ ਹੈ। ਉਹਨਾਂ ਜਿਹੜੇ ਮੇਨ ਕੀਵਰਡ ਨੇ ਉਹ ਅੰਡਰਲਾਈਨ ਕਰ ਲੈਣੇ ਚਾਹੀਦੇ, ਮੈਂ ਤੁਹਾਨੂੰ ਕਰਕੇ ਵੀ ਦਿਖਾਵਾਂਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੈਕੰਡ ਤਰੀਕੇ ਦੀ, ਵੀ ਸੈਕੰਡ ਤਰੀਕਾ ਕੀ ਆ। ਮੋਸਟ ਆਫ ਦੀ ਜੋ ਆਈਲੈਟਸ ਦੇ ਲਿਸਟ ਆਫ ਹੈਡਿੰਗ ਹੁੰਦੇ ਨੇ ਇਹਨਾਂ ਦਾ ਜਿਹੜਾ ਆਨਸਰ ਆ ਉਹ ਪਹਿਲੀਆਂ ਦੋ ਲਾਈਨਾਂ ਤੇ ਆਖਰੀ ਦੋ ਲਾਈਨਾਂ ਦੇ ਵਿੱਚ ਪਿਆ ਹੁੰਦਾ। ਤਾਂ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖ ਲਿਆ ਕਰੋ ਕਿ ਕਈ ਵਾਰ ਆਨਸਰ ਜਿਹੜਾ ਪਹਿਲੀਆਂ ਦੋ ਲਾਈਨਾਂ ਤੇ ਆਖਰੀ ਦੋ ਲਾਈਨਾਂ ਵਿੱਚ ਪਿਆ ਹੁੰਦਾ ਤੇ ਆਪਾਂ ਉਧਰ ਸਾਰਾ ਜਿਹੜਾ ਪੈਰਾਗ੍ਰਾਫ ਉਹੀ ਪੜ੍ਹਨ ਲੱਗ ਜਾਂਦੇ ਆ। ਇੱਧਰੋਂ ਲਿਸਟ ਆਫ ਹੈਡਿੰਗ ਅੰਡਰਲਾਈਨ ਕਰੋ, ਮੇਨ ਕੀਵਰਡ ਅੰਡਰਲਾਈਨ ਕਰੋ, ਉਧਰ ਜਾ ਕੇ ਪੈਰਾਗ੍ਰਾਫ ਦੇ ਉੱਤੇ ਪਹਿਲੀਆਂ ਦੋ ਲਾਈਨਾਂ ਪੜ੍ਹ ਲਓ, ਆਖਰੀ ਦੋ ਲਾਈਨਾਂ ਪੜ੍ਹ ਲਓ। ਜੇ ਆਨਸਰ ਮਿਲ ਰਿਹਾ ਤਾਂ ਸਹੀ ਆ, ਮਤਲਬ ਕਿ ਠੀਕ ਆ। ਜੇ ਨਹੀਂ ਮਿਲ ਰਿਹਾ ਫਿਰ ਸਾਰਾ ਪੈਰਾਗ੍ਰਾਫ ਆਪਾਂ ਪੜ੍ਹ ਲਵਾਂਗੇ। ਤੇ ਜਿਹੜਾ ਤੀਸਰਾ ਤਰੀਕਾ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹ ਇਹ ਆ ਵੀ ਜੇ ਤੁਹਾਨੂੰ ਆਪਣੇ ਸੈਕੰਡ ਤਰੀਕੇ ਦੇ ਨਾਲ ਪਹਿਲੀਆਂ ਦੋ ਲਾਈਨਾਂ ਤੇ ਆਖਰੀ ਦੋ ਲਾਈਨਾਂ ਵਿੱਚ ਆਨਸਰ ਨਹੀਂ ਮਿਲ ਰਹੇ ਤਾਂ ਫਿਰ ਆਪਾਂ ਆਪਣੇ ਜਿਹੜੇ ਕੀਵਰਡ ਨੇ ਉਹ ਮੈਚ ਕਰਾਂਗੇ। ਇੱਧਰੋਂ ਆਪਾਂ ਲਿਸਟ ਆਫ ਹੈਡਿੰਗ ਦੇ ਕੀਵਰਡ ਲੱਭ ਲੈਣੇ ਆ ਤੇ ਦੇਖਾਂਗੇ ਵੀ ਉਹ ਪੈਰਾਗ੍ਰਾਫ ਦੇ ਵਿੱਚ ਕਿਹੜੇ ਕੀਵਰਡ ਪਏ ਨੇ। ਜਿਹੜੇ ਲਿਸਟ ਆਫ ਹੈਡਿੰਗ ਦੇ ਕੀਵਰਡ ਮੈਚ ਕਰਦੇ ਹੋਣਗੇ ਉਹ ਉਹਦਾ ਸਹੀ ਕਰੈਕਟ ਆਨਸਰ ਹੋਵੇਗਾ। ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆਂਗੇ। ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੂੰ ਲਿਸਟ ਆਫ ਹੈਡਿੰਗ ਪੜ੍ਹ ਲੈਣੇ ਚਾਹੀਦੇ ਆ। ਪਹਿਲਾਂ ਆਪਣੇ ਕੋਲ ਜਿਹੜਾ ਹੈਡਿੰਗ ਆ ਉਹ ਹੈਗਾ ਦੀ ਫਿਊਚਰ ਆਫ ਹੋਮਿਓਪੈਥੀ, ਯਾਨੀ ਕਿ ਇੱਕ ਅਜਿਹਾ ਪੈਰਾਗ੍ਰਾਫ ਜਿੱਥੇ ਫਿਊਚਰ ਦੀ ਗੱਲ ਕੀਤੀ ਹੋਵੇ ਹੋਮਿਓਪੈਥੀ ਦੇ ਬਾਰੇ, ਉਹ ਇਸ ਮਤਲਬ ਕਿ ਉਹਦਾ ਜਿਹੜਾ ਆਨਸਰ ਹੋਵੇਗਾ ਉਹ ਇਹ ਵਾਲਾ ਹੋਵੇਗਾ ਫਸਟ। ਉਸ ਤੋਂ ਬਾਅਦ ਜੇ ਗੱਲ ਕਰੀਏ ਸੈਕੰਡ ਆਪਣਾ ਲਿਸਟ ਆਫ ਹੈਡਿੰਗ ਆ ਉਹ ਆ ਕੰਸਰਨ ਅਬਾਊਟ ਹੋਮਿਓਪੈਥੀ, ਯਾਨੀ ਕਿ ਹੋਮਿਓਪੈਥੀ ਦੀ ਚਿੰਤਾਵਾਂ ਦੇ ਬਾਰੇ ਗੱਲ ਕੀਤੀ ਗਈ ਹੋਵੇ। ਕੰਪੈਰੀਜ਼ਨ ਵਿਦ ਟ੍ਰੈਡੀਸ਼ਨਲ ਵੈਸਟਰਨ ਮੈਡੀਸਿਨ, ਯਾਨੀ ਕਿ ਹੋਮਿਓਪੈਥੀ ਦਾ ਵੈਸਟਰਨ ਮੈਡੀਸਿਨ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ ਹੋਵੇ। ਡਾਕਟਰ ਐਸ ਹਾਈਨੇਮੈਨ ਆ ਡਾਕਟਰ ਦੀ ਗੱਲ ਕੀਤੀ ਗਈ ਹੋਵੇ। ਥਿਓਰੀਟੀਕਲ ਐਂਡ ਐਕਸਪੈਰੀਮੈਂਟਲ ਬੇਸਿਸ, ਠੀਕ ਹੈ, ਜਿੱਥੇ ਥਿਊਰੀ ਤੇ ਐਕਸਪੈਰੀਮੈਂਟ ਦੀ ਗੱਲ ਕੀਤੀ ਹੋਵੇ। ਦੀ ਰਿਵਾਈਵਲ, ਜਿੱਥੇ ਹੋਮਿਓਪੈਥੀ ਤੁਹਾਡੀ ਰਿਵੀਲ ਹੋਈ ਹੋਵੇ। ਪ੍ਰੈਪਰੇਸ਼ਨ ਆਫ ਮੈਡੀਸਿਨ, ਪ੍ਰੈਪਰੇਸ਼ਨ ਮਤਲਬ ਕਿ ਇੱਕ ਤਰੀਕਾ ਇੱਕ ਵੇ ਜਿੱਦਾਂ ਮੈਡੀਸਿਨ ਨੂੰ ਬਣਾਇਆ ਜਾਂਦਾ, ਉੱਥੇ ਇਹ ਆਨਸਰ ਆ ਜਾਵੇਗਾ। ਡਿਬੇਟ, ਉਹਦੀ ਇਫੈਕਟਿਵਨੈਸ ਦੇ ਉੱਤੇ ਡਿਬੇਟ ਕੀਤੀ ਗਈ ਹੋਵੇ, ਯਾਨੀ ਕਿ ਹੋਮਿਓਪੈਥੀ ਦੀ ਇਫੈਕਟਿਵਿਟੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਹੋਣ। ਐਡਵਾਂਟੇਜ ਤੇ ਲਿਮਿਟੇਸ਼ਨ, ਯਾਨੀ ਕਿ ਉਸ ਦੀਆਂ ਮਤਲਬ ਕਹਿ ਸਕਦੇ ਹਾਂ ਵੀ ਖਾਮੀਆਂ ਕੀ ਨੇ ਤੇ ਐਡਵਾਂਟੇਜ ਉਹਦੇ ਫਾਇਦੇ ਕੀ ਨੇ ਹੋਮਿਓਪੈਥੀ ਦੇ। ਤੇ ਐਸਪੈਕਟ ਆਫ ਟ੍ਰੀਟਮੈਂਟ, ਐਸਪੈਕਟ ਆਫ ਮਤਲਬ ਕਿ ਟ੍ਰੀਟਮੈਂਟ ਦਾ ਮਤਲਬ ਇਹ ਆ ਪਹਿਲੂ, ਮਤਲਬ ਕਿ ਟ੍ਰੀਟਮੈਂਟ ਕਰਨ ਦਾ ਪਹਿਲੂ ਕੀ ਆ, ਮਤਲਬ ਕਿ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ। ਇਹ ਆਪਾਂ ਲਿਸਟ ਆਫ ਹੈਡਿੰਗ ਪੜ੍ਹ ਲਏ। ਹੁਣ ਇਹ ਆਪਣੇ ਦਿਮਾਗ ਵਿੱਚ ਬੈਠ ਗਏ। ਆਪਾਂ ਨੂੰ ਮਤਲਬ ਕਿ ਜਦ ਆਪਾਂ ਪੈਰਾਗ੍ਰਾਫ ਪੜ੍ਹਨ ਜਾਵਾਂਗੇ ਜੇ ਉੱਥੇ ਇਹਨਾਂ ਵਿੱਚੋਂ ਕੋਈ ਵੀ ਕੀਵਰਡ ਦੇ ਨਾਲ ਮਿਲਦਾ ਜੁਲਦਾ ਕੋਈ ਵੀ ਕੀਵਰਡ ਆਇਆ, ਕੋਈ ਸਿਨੋਨਿਮ ਆਇਆ, ਆਪਾਂ ਨੂੰ ਪਤਾ ਲੱਗ ਜਾਵੇਗਾ ਵੀ ਹਾਂ ਇਸ ਦੀ ਗੱਲ ਉੱਧਰ ਲਿਸਟ ਆਫ ਹੈਡਿੰਗ ਵਿੱਚ ਕੀਤੀ ਗਈ ਆ। ਹੁਣ ਆਪਾਂ ਵੱਧਦੇ ਹਾਂ ਆਪਣੇ ਪਹਿਲੇ ਪੈਰਾਗ੍ਰਾਫ ਦੇ ਵੱਲ। ਉਸ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੀ ਕਿਤੇ ਕਿਸੇ ਦਾ ਆਨਸਰ ਇਹਨਾਂ ਨੇ ਦੇ ਤਾਂ ਨਹੀਂ ਦਿੱਤਾ। ਥੱਲੇ ਚੱਲਦੇ ਹਾਂ ਤਾਂ ਆਪਾਂ ਦੇਖ ਸਕਦੇ ਹਾਂ ਵੀ ਇੱਥੇ ਆਪਣੇ ਕੋਲੇ ਸੈਕਸ਼ਨ ਏ ਦਾ ਆਨਸਰ ਇਹਨਾਂ ਨੇ 6 ਲਾਤਾ, 6 ਲਾਤਾ, ਮਤਲਬ ਕਿ 6 ਆਪਣੇ ਕੋਲ ਕੀ ਆ ਵੀ ਆਪਾਂ ਦੇਖ ਲੈਂਦੇ ਹਾਂ, ਯਾਨੀ ਕਿ ਰਿਵਾਈਵਲ ਆਫ ਹੋਮਿਓਪੈਥੀ, ਯਾਨੀ ਕਿ ਇਹ ਜਿਹੜਾ ਆਪਣਾ ਲਿਸਟ ਆਫ ਹੈਡਿੰਗ ਆ ਉਹ ਕੈਂਸਲ ਹੋ ਚੁੱਕਿਆ। ਹੁਣ ਆਪਣੇ ਕੋਲ ਬੱਚੇ ਨੇ ਇਕੱਲੇ 9 ਲਿਸਟ ਆਫ ਹੈਡਿੰਗ ਨੇ। ਹੁਣ ਆਪਾਂ ਇਹ ਵੀ ਦੇਖ ਲੈਂਦੇ ਹਾਂ ਆਪਣੇ ਕੋਲੇ ਪੈਰਾਗ੍ਰਾਫ ਕਿੰਨੇ ਨੇ। ਪੈਰਾਗ੍ਰਾਫ ਆਪਣੇ ਕੋਲੇ ਬੱਚੇ ਨੇ 6, ਯਾਨੀ ਕਿ 6 ਪੈਰਾਗ੍ਰਾਫ ਤੇ 9 ਲਿਸਟ ਆਫ ਹੈਡਿੰਗ, ਯਾਨੀ ਕਿ 3 ਲਿਸਟ ਆਫ ਹੈਡਿੰਗ ਆਪਾਂ ਨੂੰ ਕਨਫਿਊਜ਼ ਕਰਨ ਲਈ ਦਿੱਤੇ ਗਏ ਆ। ਤੇ ਆਪਾਂ ਇੱਥੇ ਗੱਲ ਕਰਾਂਗੇ ਐਲੀਮੀਨੇਸ਼ਨ ਮੈਥਡ ਦੀ। ਐਲੀਮੀਨੇਸ਼ਨ ਮੈਥਡ ਵੀ ਲਿਸਟ ਆਫ ਹੈਡਿੰਗ ਨੂੰ ਸਹੀ ਕਰਨ ਦੇ ਵਿੱਚ ਕਾਫੀ ਵਧੀਆ योगदान पाਉਂਦਾ। ਹੁਣ ਆਪਾਂ ਵੱਧਦੇ अपने सेक्शन बी दे वाल। उसके पहले मैं आपको कुछ बताना चाहता हूं कि जैसे कि आपको पता ही होगा कि आईएलटीएस के जो एग्जाम है वो रिपीट हो रहे हैं। लास्ट 2 ईयर में जो भी टास्क 2 टास्क 1 आपके रीडिंग जो भी एग्जाम में आई है वही दोबारा से आईएलटीएस के एग्जाम में आ रही है। 80% चांसेस होते हैं कि आपको रिपीटेड टास्क 2 टास्क 1 और रीडिंग आ सकती है। इसी कारण को देखते हुए आईएलटीएस प्लाजा ने अपना जो मटीरियल तैयार किया है, टास्क 2 का मटेरियल हम तैयार कर चुके हैं, रीडिंग का तैयार हो रहा है, उसके बाद टास्क 1 का भी आपको मिल जाएगा। अगर आपको जे पीडीएफ बाय करना है तो आप मुझे इंस्टाग्राम पर मैसेज कर सकते हैं। इसमें टोटल 183 जो आपके टास्क 2 है विद सैंपल आंसर है, और जो सैंपल आंसर है वो भी 7+ बैंड का है, और इसमें टोटल 180 टास्क 2 है। और इस जो पीडीएफ में आपके टोटल 2022 और 2021 में जो भी टास्क 2 एग्जाम में आए हैं उसको कवर किया गया है। मतलब कि अगर टास्क 2 रिपीट होगा तो इसी पीडीएफ से आएगा। अगर आपको ये चाहिए तो जल्दी से मैसेज करो, बाय कर सकते हैं।
ਹੁਣ ਆਪਾਂ ਪੈਰਾਗ੍ਰਾਫ ਨੂੰ ਪੜਾਂਗੇ ਤੇ ਪਹਿਲਾਂ ਪਹਿਲੀਆਂ ਦੋ ਲਾਈਨਾਂ ਤੇ ਆਖਰੀ ਦੋ ਲਾਈਨਾਂ ਇੱਕ ਵਾਰੀ ਪੜ੍ਹ ਲੈਂਦੇ ਆ, ਕਿਤੇ ਆਪਣਾ ਆਨਸਰ ਇਹਨਾਂ ਵਿੱਚ ਹੀ ਨਾ ਪਿਆ ਹੋਵੇ। ਤਾਂ ਆਪਾਂ ਇੱਥੋਂ शुरू करते हैं। हाइनेमैन डिस्कवरी ऑफ द प्रिंसिपल ऑफ होम्योपैथी वाज एक्सीडेंटल आफ्टर टेकिंग सम क्यूनीन ही नोटिस दैट ही डिवेलप मलेरिया लाइक सिम्पटम। कहना थोड़ी जी क्यूनीन लैन तो बाद उन्हें पता लग्या भी उन्हें मलेरिया के तरीके के सिम्पटम्स पैदा कर लेने। सिंस मलेरिया पेशेंट वर्क ट्रीटेड विद क्यूनीन, क्योंकि जो मलेरिया के पेशेंट होंगे ने क्यूनीन के नाल ट्रीट किए जाते हैं। ही स्पैक्चुलेटेड दैट पॉसिबली मलेरिया इज क्योर्ड बाय क्यूनीन बिकॉज इट काउजेस मलेरिया लाइक सिम्पटम्स इन हैल्थी पीपल। ठीक है, इतने अपने काम की कोई गल नहीं, आप आखिरी दो लाइनां भी एक बार पढ़ लें। ही कंडेंस हिज थ्योरी इनटू अ सिंगल लैटिन फ्रेज दे विच उन्हें अपनी थ्योरी को कंडेंस करता। दिस मीन दैट डिसीज कैन बी क्योर्ड बाय मैडिसिन विच प्रोड्यूसेस इन ए हैल्दी परसन सिम्पटम सिमिलर टू दूज एक्सपीरियंस बाय द पेशेंट। मतलब कि कोई भी कीवर्ड आपको नहीं मिले, हुण आपां नूं जिहड़ा विचों भी पैराग्राफ आ वो थोड़ा मोटा पढ़ना पऊगा, जिहड़े स्कैन करना पऊगा जल्दी जल्दी दे नाल, ताकि कितने कोई आपको कीवर्ड जो आपको मिले आपको अंडरलाइन कर ली, उस तो बाद अपने जो लिस्ट ऑफ हैडिंग आ वो सही लभ चुकी है। तो आप इतों पढ़ना शुरू कर दें। ही डिसाइडेड टू एक्सप्लोर हिज थ्योरी बाय टेस्टिंग मेन कीवर्ड अदर सब्सटेंस यूज्ड एज मेडिसिन एट देयर टाइम यूज आर्सेनिक एंड बेलाडोना। हिज टेस्ट वर्क कंडक्टेड बाय ईदर टेकिंग द सब्सटेंस इंटरनली हिमसेल्फ और बाय एडमिनिस्ट्रिंग देम टू हेल्थी वॉलंटियर। ठीक है, दैन रिकॉर्डिंग ऑल द सिम्पटम्स ऑफ रिकॉर्डिंग, उन्हें जो सिम्पटम्स वो रिकॉर्ड किए। वॉलंटियर्स एक्सपीरियंस की गल हो गई। ही कंटिन्यूड हिज एक्सपैरीमेंट मेन कीवर्ड है उन्हें बाइड रेंज ऑफ सबसटेंसेस। अपने को टेस्टिंग रिकॉर्डिंग तो एक्सपैरीमेंट अपने को जो मेन कीवर्ड हो गए, ये आप अगे पढ़ते हैं थोड़ा जा। These recorded results created drug pictures which form the basis of the new symptom of medicine. The next step was to give the tested substances to patients suffering from the same group of symptoms represented by drug picture recorded. ठीक है, the results were incredible. People were being cured from diseases that have never been cured before. मतलब कि रिजल्ट सी वो इनक्रैडिबल सी, ये भी अपना एक मेन कीवर्ड ही हो गया। ही कंडेंस हिज थ्योरी भी अपना मेन कीवर्ड हो गया। एक थ्योरी हो गया, टेस्टिंग हो गया, इनक्रैडिबल हो गया तो रिकॉर्डिंग हो गया। ये तीन चार अपने को कीवर्ड आपको मिले पहले पैराग्राफ के विचों। हुण आपां उधर जाके चैक कर लें भी इन्हां विचों किते कोई उधर मैच तो नहीं करता। लिस्ट ऑफ हैडिंग दे विच आपां पहले तो पढ़ांगे तो एलिमिनेशन मैथड भी आपां इत्थे यूज करांगे। द फ्यूचर ऑफ होम्योपैथी कोई गल नहीं हुई। तो जिहड़ा शिक्षा इहदा आंसर पहले ही आ चुकिया। कंसर्न अबाउट होम्योपैथी कोई चिंता नहीं प्रगट की गई। कंपैरिजन ट्रैडिशनल के नाल कोई नहीं किया गया। डॉक्टर की गल जरूर हुई है पर वो बारे परसनली वो बारे कोई गल नहीं हुई है ना। अजिहे आंसर उदों आते होंगे जो डॉक्टर बारे परसनली गल की हो। हालांकि वो एक्सपैरीमेंट बारे तो गल हुई है, वो जो परसनल लाइफ के बारे वो उपलब्धियों के बारे कोई गल नहीं हुई, इसलिए ये आंसर भी नहीं हो सकता। उस तो बाद थली आप कर दें प्रैपरेशन ऑफ मैडिसिन डिबेट ओवर इफैक्टिवनैस, कोई इफैक्टिविटी के उत्ते डिबेट नहीं खड़ी की गई। एडवांटेज तो लिमिटेशन कोई नहीं, तो अपने को एक आंसर बच जाता जिसका नाम है थियोटिकल तो एक्सपैरीमेंटल, क्योंकि थ्योरी की भी गल हुई है तो वो एक्सपैरीमेंट की भी गल हुई है। तो अपने जो बी का आंसर आ वो 5th हो गया। ये तुसीं चैक कर लेना, ये सिंपल जिहा तरीके दे नाल आपां इहदा आंसर लभ लिया। मतलब कि जे पहलियां दो लाइनां ते आखिरी दो लाइनां विच आंसर नहीं मिलता तो उहदे थोड़े जे मेन जे कीवर्ड अंडरलाइन कर लो, ज़्यादा जिहड़ा समा बर्बाद करदी तुहानूं कोई भी लोड़ नहीं हैगी। हुण आपां जावांगे अपने सी पैराग्राफ दे उत्ते, सी सैक्शन दे उत्ते चलदे हां। सी सैक्शन के की लिखा गया, इत्थे भी आप उही ट्रिक अपनावांगे, पहलियां दो लाइनां ते आखिरी दो लाइनां। मतलब कि आप पढ़ांगे द प्रोसैस ऑफ मेकिंग रेमेडीज इज अ वेरी प्रिसाइज। ई होम्योपैथी रेमेडी इज नॉर्मली ए सिंगल सबस्टांस। ठीक है, दी सबस्टांसेस मे बी मेड फ्रॉम प्लांट्स मिनरल्स एंड ईवन एलीमेंट्स, फॉर एग्जाम्पल स्नेक वैनम एंड कट फिक्स इंक। मतलब कि इत्थे तक आपां नूं पहलियां दो लाइनां अपनियां कंप्लीट हो जांदियां ने, पहलियां दो तीन लाइनां। इत्थे जे तुसीं ध्यान नाल देखो तो आपां नूं अपना जिहड़ा आंसर आ मिल चुकिया। इत्थे गल कीती गई आ अपनी जिहड़ी मैडिसिन नूं बनाउण दे बारे, जिवें कि मैं तुहानूं दिखाउणा चाहुंदा दी मेड। ठीक है, ये अपना मेड मतलब कि बनाउणा, ते मेकिंग इत्थे भी अपना मेकिंग पिया। रेमेडीज यानी कि सोल्यूशन। ठीक है, मेकिंग के बारे गल की गई, अपना कीवर्ड हिट किया। आप उधर जाके एक बार आंसर चैक कर लें भी किते मैडिसिन नूं बनाउण दे बारे गल तां नहीं की गई। ये आ गया अपने लिस्ट ऑफ हैडिंग, इत्थे आप चैक करते हैं। फ्यूचर बारे कोई गल नहीं, 6 अपना आंसर हो चुके आ, 5 आपां लभ लिया। हैनेमैन की कोई गल नहीं हुई, तो अपना कंसर्न अबाउट होम्योपैथी कोई गल नहीं हुई। कंपैरिजन कोई नहीं किया इन्होंने। प्रैपरेशन ऑफ मैडिसिन जिवें कि तुहानूं पता लग ही गया होना भी उधर भी मैडिसिन ही बना रहे थे, वो मेड कर रहे थे किसी होम्योपैथी की मैडिसिन नूं, ते इत्थे भी उन्होंने मैडिसिन बनाउण दी ही गल कीती आ। प्रैपरेशन ते मेड तुहानूं पता ही है भी इक्को ही गल आ। मतलब कि अपना जिहड़ा सी दा आंसर हो गया वो हो गया 7। मतलब कि पहलियां दो लाइनां विचों आपां नूं ये आंसर मिल गया। हुण आपां वधदे हां अगे, आपां वधांगे हुण डी पैराग्राफ दे वल। हुण आपां चैक करांगे भी डी दा आंसर की हो सकदा। इहदे विच भी सेम ट्रिक यूज करांगे, पहलियां दो लाइनां ते आखिरी दो लाइनां। हो सकता पहलियां दो लाइनां विचों ही आंसर मिल जाए। इट इज़
इट इज़ दिस यूज ऑफ हाई डिल्यूशन दैट हैज़ गिवन टू राइज टू कॉन्ट्रोवर्सी। कॉन्ट्रोवर्सी एक अपना एक मेन कीवर्ड बन गया। मैनी कन्वेंशनल डॉक्टर क्लेम दैट होम्योपैथी फंक्शन ओनली एज अ प्लेसबो बिकॉज द डोजेज इज सो स्मॉल। मतलब कि कॉन्ट्रोवर्सी क्रिएट करती कुछ डॉक्टਰਾਂ ने, कन्वेंशनल डॉक्टਰਾਂ ने, ਵੀ ਉਹਨਾਂ ਨੇ ਕਹਿੰਦਾ ਵੀ ਹੋਮਿਓਪੈਥੀ ਇੱਕ ਪਲੇਸਬੋ ਦੀ ਤਰੀਕੇ ਦੇ ਨਾਲ ਕੰਮ ਕਰਦੀ ਆ, ਕਿਉਂਕਿ ਜਿਹੜੀ ਇਹਦੀ ਡੋਸੇਜ ਹੁੰਦੀ ਆ, ਜਿਹੜੀ ਆਪਾਂ ਮਤਲਬ ਕਿ ਪੇਸ਼ੈਂਟ ਨੂੰ ਇਹਦੀ ਮਾਤਰਾ ਦਿੱਤੀ ਜਾਂਦੀ ਆ, ਉਹ ਕਾਫੀ ਘੱਟ ਹੁੰਦੀ ਆ। ਹੁਣ ਆਪਾਂ ਫਿਰ ਚੱਲਦੇ ਆ ਆਪਣੀ ਲਿਸਟ ਆਫ ਹੈਡਿੰਗ ਦੇ ਵੱਲ। ਇੱਕ ਕੌਂਟਰੋਵਰਸੀ ਆਪਾਂ ਨੂੰ ਕੀਵਰਡ ਮਿਲਿਆ, ਕਿਤੇ ਇਹਦੇ ਵਰਗਾ ਕੋਈ ਲਿਸਟ ਆਫ ਹੈਡਿੰਗ ਉਧਰ ਪਿਆ ਤਾਂ ਨਹੀਂ ਹੈਗਾ, ਆਪਾਂ ਚੈੱਕ ਕਰ ਲੈਂਦੇ ਹਾਂ। ਫਿਊਚਰ ਤੇ ਕੌਂਟਰੋਵਰਸੀ ਦਾ ਕੋਈ ਆਪਸ ਦੇ ਵਿੱਚ ਕੋਈ ਮੇਲ ਨਹੀਂ, ਕਨਸਰਨ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ, ਹੋਮਿਓਪੈਥੀ ਬਾਰੇ ਕੋਈ ਚਿੰਤਾ ਨਹੀਂ ਪ੍ਰਗਟ ਕੀਤੀ ਗਈ ਵੀ ਭਵਿੱਖ ਵਿੱਚ ਇਸ ਦੇ ਬਾਰੇ ਕੀ ਹੋ ਸਕਦਾ ਹੈ ਨਾ। ਦੀ ਕੰਪੈਰੀਜ਼ਨ ਵਿਦ ਟ੍ਰੈਡੀਸ਼ਨਲ ਦਾ ਕੋਈ ਟ੍ਰੈਡੀਸ਼ਨਲ ਦੇ ਨਾਲ ਕੋਈ ਵੀ ਕੰਪੈਰੀਜ਼ਨ ਨਹੀਂ ਕੀਤਾ ਗਿਆ। ਡਾਕਟਰ ਦੀ ਕੋਈ ਗੱਲ ਨਹੀਂ ਹੋਈ। ਥਿਓਰੇਟੀਕਲ ਇਹ ਆਪਣਾ ਆ ਚੁੱਕਿਆ, ਇਹ ਵੀ ਆ ਚੁੱਕਿਆ, ਪ੍ਰੈਪਰੇਸ਼ਨ ਵੀ ਆ ਚੁੱਕਿਆ। ਡਿਬੇਟ ਓਵਰ ਇਫੈਕਟਿਵਨੈਸ ਤੇ ਇਹ ਆਪਣਾ ਆਨਸਰ ਆਪਾਂ ਨੂੰ ਮਿਲ ਜੂ। ਐਡਵਾਂਟੇਜ ਤੇ ਡਿਸਐਡਵਾਂਟੇਜ ਬਾਰੇ ਕੋਈ ਗੱਲ ਨਹੀਂ, ਐਸਪੈਕਟ ਬਾਰੇ ਕੋਈ ਗੱਲ ਨਹੀਂ। ਡਿਬੇਟ ਤੇ ਕੰਟਰੋਵਰਸੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਇੱਕੋ ਜਿਹੇ ਮਿਲਦੇ ਜੁਲਦੇ ਵਰਡ ਨੇ। ਉਧਰੋਂ ਵੀ ਕੰਟਰੋਵਰਸੀ ਜਿਹੜੀ ਕਿ ਡਾਕਟਰਾਂ ਨੇ ਕ੍ਰੀਏਟ ਕੀਤੀ, ਉਹਨਾਂ ਨੇ ਸਵਾਲ ਖੜੇ ਕੀਤੇ ਇਹਦੀ ਇਫੈਕਟਿਵਿਟੀ ਦੇ ਉੱਤੇ ਵੀ ਕਹਿੰਦੇ ਇਹਦੀ ਜਿਹੜੀ ਤੁਸੀਂ ਡੋਜ਼ ਪੇਸ਼ੈਂਟ ਨੂੰ ਦਿੰਦੇ ਹੋ ਉਹਦੀ ਮਾਤਰਾ ਘੱਟ ਆ। ਅੱਗੇ ਵੀ ਹੋ ਸਕਦਾ ਵੀ ਇਹਦਾ ਡਿਟੇਲ ਦੇ ਵਿੱਚ ਆਨਸਰ ਦਿੱਤਾ ਹੋਵੇ, ਆਪਾਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਇਆ ਹੋਵੇ, ਪਰ ਆਪਣਾ ਕੰਮ ਆ ਜੇ ਆਪਾਂ ਨੂੰ ਪਹਿਲੀਆਂ 2-3 ਲਾਈਨਾਂ ਦੇ ਵਿੱਚੋਂ ਆਨਸਰ ਮਿਲ ਰਿਹਾ ਤਾਂ ਆਪਾਂ ਡਿਟੇਲ ਨਹੀਂ ਪੜ੍ਹਨੀ, ਆਪਾਂ ਆਪਣਾ ਉੱਥੋਂ ਆਨਸਰ ਚੱਕਣਾ ਤੇ ਲਾ ਕੇ ਅੱਗੇ ਵੱਧ ਜਾਣਾ। ਹੁਣ ਆਪਣਾ ਜਿਹੜਾ ਡੀ ਦਾ ਆਨਸਰ ਹੋ ਗਿਆ 8th। ਹੁਣ ਆਪਾਂ ਵਧਾਂਗੇ ਈ ਦੇ ਵੱਲ, ਤਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਪੜ੍ਹਾਂਗੇ ਆਪਣਾ ਈ ਪੈਰਾਗ੍ਰਾਫ। The most important part of homeopathic treatment lies in the lengthy interview which the homeopath conduct with the patient। ਕਹਿੰਦਾ ਦੀ ਮੋਸਟ ਇੰਪੋਰਟੈਂਟ ਪਾਰਟ ਹੋਮਿਓਪੈਥਿਕ ਦਾ ਜਿਹੜਾ ਟ੍ਰੀਟਮੈਂਟ ਹੁੰਦਾ, ਹੋਮਿਓਪੈਥੀ ਦਾ ਇਲਾਜ ਹੁੰਦਾ, ਉਹਦੇ ਵਿੱਚ ਅਜਿਹਾ ਡਾਕਟਰ ਜਿਹਨੂੰ ਆਪਾਂ ਹੋਮਿਓਪੈਥ ਵੀ ਕਹਿ ਦਿੰਦੇ ਹਾਂ, ਉਹ ਇੱਕ ਲੰਬਾ ਇੰਟਰਵਿਊ ਲੈਂਦਾ ਆਪਣੇ ਪੇਸ਼ੈਂਟ ਦਾ। ਦੀ ਆਈਡੀਆ ਬਿਹਾਈਂਡ ਦਿਸ 1 to 2 hour ਕੰਸਲਟੇਸ਼ਨ is to build up a psychological, emotional and physical history of the patient। ਕਹਿੰਦਾ ਇਹ ਜਿਹੜਾ ਮੇਨ ਜਿਹੜਾ ਇਹਦਾ ਆਈਡੀਆ ਹੁੰਦਾ ਵੱਡੀ ਮਤਲਬ ਕਿ ਗੱਲਬਾਤ ਕਰਨ ਦਾ, ਤੁਹਾਨੂੰ ਪਤਾ ਹੀ ਹੋਊਗਾ ਜਿਹੜਾ ਹੋਮਿਓਪੈਥ ਹੁੰਦਾ, ਇੱਕ ਜੇ ਤੁਸੀਂ ਆਪਣਾ ਹੋਮਿਓਪੈਥੀ ਦੇ ਨਾਲ ਇਲਾਜ ਕਰਵਾਉਣੇ ਹੋ ਤਾਂ ਜਿਹੜਾ ਡਾਕਟਰ ਆ ਉਹ ਤੁਹਾਡਾ ਜਿਹੜਾ ਕਾਫੀ ਤੁਹਾਡੇ ਤੋਂ ਸਵਾਲ ਜਵਾਬ ਕਰਦਾ। ਉਸਦਾ ਜਿਹੜਾ ਕਾਰਨ ਇਹ ਹੁੰਦਾ ਵੀ ਉਹ ਤੁਹਾਡੇ ਨਾਲ ਇੱਕ ਰਿਲੇਸ਼ਨ ਬਣਾਉਣਾ ਚਾਹੁੰਦੇ ਨੇ, ਸਾਈਕੋਲੋਜੀਕਲ, ਇਮੋਸ਼ਨਲ ਤੇ ਫਿਜ਼ੀਕਲ ਹਿਸਟਰੀ ਤੁਹਾਡੇ ਤੋਂ ਪਤਾ ਕਰਨ ਦੇ ਲਈ। ਠੀਕ ਹੈ, ਮਤਲਬ ਕਿ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਵੀ ਇੱਕ ਹੋਮਿਓਪੈਥੀ ਦਾ ਇਲਾਜ ਕਰਨ ਦੀ ਆਪਾਂ ਨੂੰ ਗੱਲ ਕੀਤੀ ਗਈ ਆ ਵੀ ਹੋਮਿਓਪੈਥੀ ਦਾ ਜਿਹੜਾ ਇਲਾਜ ਆ ਹੋਮਿਓਪੈਥੀ ਦੇ ਵਿੱਚ ਉਹ ਕਿੱਦਾਂ ਕੀਤਾ ਜਾਂਦਾ। ਇਹ ਵੀ ਆਪਾਂ ਜਾ ਕੇ ਆਪਣਾ ਲਿਸਟ ਆਫ ਹੈਡਿੰਗ ਦੇ ਵਿੱਚ ਪੜ੍ਹ ਲੈਂਦੇ ਹਾਂ। ਪਹਿਲੀਆਂ 2-3 ਲਾਈਨਾਂ ਹੀ ਆਪਾਂ ਪੜ੍ਹੀਆਂ ਨੇ, ਇੱਥੇ ਆਪਾਂ ਐਲੀਮੀਨੇਟ ਕਰਦੇ ਹਾਂ। ਦੀ ਫਿਊਚਰ ਦੀ ਕੋਈ ਗੱਲ ਨਹੀਂ ਹੋਈ, ਕਨਸਰਨ ਕੋਈ ਨਹੀਂ ਗੱਲ ਹੋਈ ਪਹਿਲੀਆਂ 2 ਲਾਈਨਾਂ ਦੇ ਵਿੱਚ। ਕੰਪੈਰੀਜ਼ਨ ਵਿਦ ਟ੍ਰੈਡੀਸ਼ਨਲ ਵੈਸਟਰਨ ਮੈਡੀਸਿਨ ਕੋਈ ਕੰਪੈਰੀਜ਼ਨ ਨਹੀਂ ਕੀਤਾ। ਡਾਕਟਰ ਦੀ ਕੋਈ ਗੱਲ ਨਹੀਂ ਹੋਈ। ਥਿਓਰਟੀਕਲ ਐਂਡ ਕੋਈ ਇਹ ਆਪਣਾ ਆਨਸਰ ਹੋ ਚੁੱਕਿਆ, ਇਹ ਵੀ ਹੋ ਚੁੱਕਿਆ, ਇਹ ਵੀ ਹੋ ਚੁੱਕਿਆ, ਇਹ ਵੀ ਹੋ ਚੁੱਕਿਆ। ਐਡਵਾਂਟੇਜ ਤੇ ਲਿਮਿਟੇਸ਼ਨ ਬਾਰੇ ਵੀ ਕੋਈ ਗੱਲ ਨਹੀਂ ਹੋਈ। ਤੇ ਐਸਪੈਕਟ ਹੁੰਦਾ ਪਹਿਲੂ ਮਤਲਬ ਕਿ ਤਰੀਕਾ ਕੀ ਆ, ਹੈ ਨਾ, ਵੀ ਹੋਮਿਓਪੈਥੀ ਨੂੰ ਦਾ ਜਿਹੜਾ ਇਲਾਜ ਕਰਨ ਦਾ ਐਸਪੈਕਟ ਕੀ ਆ, ਉਹਦਾ ਜਿਹੜਾ ਤਰੀਕੇ ਕਿੱਦਾਂ ਦੇ ਨੇ, ਇਹ ਆਪਣਾ ਜਿਹੜਾ ਐਕਸ ਆ ਉਹ ਆਨਸਰ ਹੋ ਗਿਆ ਆਪਣਾ ਈ ਪੈਰਾਗ੍ਰਾਫ ਦਾ। ਠੀਕ ਹੈ, ਹੁਣ ਆਪਾਂ ਵੱਧਦੇ ਹਾਂ ਆਪਣੇ ਨੈਕਸਟ ਪੈਰਾਗ੍ਰਾਫ ਦੇ ਵੱਲ। ਮਤਲਬ ਕਿ ਕੋਈ ਏਡੀ ਔਖੀ ਗੱਲ ਨਹੀਂ ਹੈਗੀ ਲਿਸਟ ਆਫ ਹੈਡਿੰਗ ਨੂੰ ਸੋਲਵ ਕਰਨਾ। ਥੋੜ੍ਹੀ ਮੋਟੀ ਤੁਹਾਨੂੰ ਟਿਪਸ ਐਂਡ ਟ੍ਰਿਕਸ ਪਤਾ ਹੋਣੀ ਚਾਹੀਦੀਆਂ ਤੇ ਤੁਸੀਂ ਈਜ਼ੀਲੀ ਆਪਣਾ ਜਿਹੜਾ ਆਨਸਰ ਆ ਉਹ ਲੱਭ ਸਕਦੇ ਹੋ। ਹੁਣ ਆਪਾਂ ਪੜ੍ਹਦੇ ਹਾਂ ਆਪਣਾ ਐਫ ਪੈਰਾਗ੍ਰਾਫ। ਇਹਦੇ ਵਿੱਚ ਵੀ ਆਪਾਂ ਸੇਮ ਟ੍ਰਿਕ ਯੂਜ਼ ਕਰਾਂਗੇ ਪਹਿਲੀਆਂ 2 ਲਾਈਨਾਂ ਤੇ ਆਖਰੀ 2 ਲਾਈਨਾਂ ਦੇ ਵਾਲੀ। ਹਾਊ ਡਜ਼ ਦ ਕੰਸੈਪਟ ਆਫ ਹੋਮਿਓਪੈਥੀ ਡਿਫਰ ਫਰੋਮ ਦਾ ਕਨਵੈਂਸ਼ਨਲ ਮੈਡੀਸਿਨ। ਕਨਵੈਂਸ਼ਨਲ ਮਤਲਬ ਕਿ ਜਿਹੜੀ ਵੈਸਟਰਨ ਹੁੰਦੀ ਹੈ ਨਾ। ਵੈਰੀ ਸਿੰਪਲੀ ਹੋਮਿਓਪੈਥੀ ਅਟੈਂਪਟਸ ਟੂ ਸਟਿਮੂਲੇਟ ਦਾ ਬੋਡੀ ਟੂ ਰਿਕਵਰ ਇਟਸੈਲਫ। ਠੀਕ ਹੈ, instead of looking upon the symptoms as something wrong which must be set right, the homeopath sees them as a signs of the way the body is। ਮਤਲਬ ਕਿ ਆਪਣੀ ਪਹਿਲੀਆਂ 2-3 ਲਾਈਨਾਂ ਹੋ ਗਈਆਂ ਤੇ ਆਪਾਂ ਨੂੰ ਇੱਕ ਜਿਹਾ ਥੋੜਾ ਮੋਟਾ ਕੀਵਰਡ ਮਿਲਿਆ। ਹਾਊ ਡਜ਼ ਦਾ ਕੰਸੈਪਟ ਆਫ ਹੋਮਿਓਪੈਥੀ ਡਿਫਰ ਫਰੋਮ, ਕਹਿੰਦਾ ਕਿੱਦਾਂ ਹੋਮਿਓਪੈਥੀ ਡਿਫਰ ਆ ਗਈ ਕਨਵੈਂਸ਼ਨਲ ਮੈਡੀਸਿਨ ਦੇ ਨਾਲੋਂ। ਤੇ ਆਪਾਂ ਨੂੰ ਇੱਕ ਮਤਲਬ ਕਿ ਥੋੜਾ ਜਿਹਾ ਹਿੰਟ ਤਾਂ ਮਿਲ ਚੁੱਕਿਆ, ਪਰ ਫਿਰ ਵੀ ਆਪਾਂ ਥੋੜਾ ਜਿਹਾ ਅੱਗੇ ਪੜ੍ਹ ਲੈਂਦੇ ਹਾਂ। ਆਪਾਂ ਮਤਲਬ ਕਿ ਆਪਾਂ ਸ਼ਿਓਰ ਹੋ ਚੁੱਕੀ ਹੈ ਵੀ ਆਪਣਾ ਆਨਸਰ ਉਹੀ ਆ ਜਾਂ ਫਿਰ ਨਹੀਂ। ਆਪਾਂ ਥੋੜਾ ਜਿਹਾ ਨੀਚੇ ਪੜ੍ਹਦੇ ਹਾਂ। ਇੱਥੇ ਲਿਖਿਆ ਕਹਿੰਦਾ ਅਨਦਰ ਬੇਸਿਕ ਡਿਫਰੈਂਸ ਬਿਟਵੀਨ ਕਨਵੈਂਸ਼ਨਲ ਮੈਡੀਕਲ ਥੈਰੇਪੀ ਐਂਡ ਦਾ ਹੋਮਿਓਪੈਥੀ। ਡਿਫਰੈਂਸ ਦੱਸਿਆ ਨਾ। ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਥੋੜ੍ਹੇ ਜਿਹੇ ਸ਼ਿਓਰ ਹੋ ਚੁੱਕੇ ਹਾਂ ਵੀ ਹਾਂ ਆਪਣਾ ਆਨਸਰ ਉਹੀ ਹੋ ਸਕਦਾ, ਕਿਉਂਕਿ ਕਨਵੈਂਸ਼ਨਲ ਮਤਲਬ ਕਿ ਟ੍ਰੈਡੀਸ਼ਨਲ ਮਤਲਬ ਕਿ ਵੈਸਟਰਨ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ। ਤਾਂ ਆਪਾਂ ਐਲੀਮੀਨੇਟ ਮੈਥਡ ਅਪਣਾਵਾਂਗੇ। ਫਿਊਚਰ ਬਾਰੇ ਕੋਈ ਗੱਲ ਨਹੀਂ ਹੋਈ ਤੇ ਆਪਾਂ ਐਸਪੈਕਟ ਆਨਸਰ ਹੋ ਚੁੱਕਿਆ। ਡਿਬੇਟ ਵਾਲਾ ਆਨਸਰ ਆਪਣਾ ਹੋ ਚੁੱਕਿਆ। ਪ੍ਰੈਪਰੇਸ਼ਨ ਹੋ ਚੁੱਕੀ ਆ, ਰਿਵਾਈਵਲ ਹੋ ਚੁੱਕਿਆ। ਤੇ ਹੁਣ ਆਪਣੇ ਕੋਲੇ 3 ਆਨਸਰ ਬਚੇ ਆ। ਕੰਸਰਨ ਅਬਾਊਟ ਹੋਮਿਓਪੈਥੀ ਦੀ ਚਿੰਤਾ ਕੀਤੀ ਗਈ ਹੋਵੇ, ਕੰਪੈਰੀਜ਼ਨ ਕੀਤਾ ਗਿਆ ਹੋਵੇ ਟ੍ਰੈਡੀਸ਼ਨਲ ਵੈਸਟਰਨ ਮੈਡੀਸਿਨ ਦੇ ਨਾਲ, ਡਾਕਟਰ ਦੀ ਗੱਲ ਕੀਤੀ ਗਈ ਹੋਵੇ, ਜਾਂ ਫਿਰ ਐਡਵਾਂਟੇਜ ਤੇ ਲਿਮਿਟੇਸ਼ਨ ਦੀ ਗੱਲ ਕੀਤੀ ਹੋਵੇ। ਤਾਂ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਕਨਵੈਂਸ਼ਨਲ ਦੇ ਨਾਲ ਇਹਦਾ ਕੰਪੈਰੀਜ਼ਨ ਕੀਤਾ, ਡਿਫਰੈਂਸ ਦੱਸਿਆ ਨਾ, ਤਾਂ ਆਪਣਾ ਇਹ ਆਨਸਰ ਹੋ ਗਿਆ 3rd ਇਸ ਪੈਰਾਗ੍ਰਾਫ ਦਾ। ਮਤਲਬ ਕਿ ਆਪਾਂ ਨੂੰ ਤੁਹਾਨੂੰ ਥੋੜ੍ਹੇ ਮੋਟੇ ਸਿਨੋਨਿਮ
ਜ਼ਰੂਰ ਆਉਣੇ ਚਾਹੀਦੇ ਆ ਵੀ ਸੇਮ ਤਰੀਕੇ ਦੀ ਗੱਲ ਤਾਂ ਨਹੀਂ ਕੀਤੀ ਜਾਵੇਗੀ, ਥੋੜ੍ਹੀ ਮੋਟੀ ਮਿਲਦੀ ਜੁਲਦੀ ਗੱਲ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲ ਸਕਦੀ ਆ। ਹੁਣ ਆਪਣਾ ਜਿਹੜਾ ਤੀਜਾ ਆਨਸਰ ਉਹ ਵੀ ਕੱਟਿਆ ਗਿਆ। ਹੁਣ ਆਪਣੇ ਕੋਲੇ ਬਚਿਆ ਇੱਕ ਪੈਰਾਗ੍ਰਾਫ ਤੇ 3 ਲਿਸਟ ਆਫ ਹੈਡਿੰਗ। ਐਡਵਾਂਟੇਜ ਤੇ ਲਿਮਿਟੇਸ਼ਨ, ਡਾਕਟਰ ਦੀ ਗੱਲ ਹੋਈ ਹੋਵੇ, ਕੰਸਰਨ ਅਬਾਊਟ ਹੋਮਿਓਪੈਥੀ ਦੇ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੋਵੇ। ਹੁਣ ਆਪਾਂ ਵੱਧਦੇ ਹਾਂ ਆਪਣੇ ਲਾਸਟ ਪੈਰਾਗ੍ਰਾਫ ਦੇ ਵੱਲ ਤੇ ਆਪਾਂ ਆਨਸਰ ਫਾਈਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਆਪਾਂ ਪੜ੍ਹਦੇ ਹਾਂ ਆਪਣਾ ਪੈਰਾਗ੍ਰਾਫ। ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਕਹਿੰਦਾ ਹੋਮਿਓਪੈਥੀ ਹੈਜ਼ ਮੇਡ ਸਿਗਨੀਫਿਕੈਂਟ ਪ੍ਰੋਗਰੈਸ ਇਨ ਟ੍ਰੀਟਿੰਗ ਡਿਸੀਜ਼ਸ ਵਿਚ ਆਰਥੋਡਾਕਸ ਮੈਡੀਸਿਨ ਫਾਈਂਡ ਡਿਫਿਕਲਟ। ਕਹਿੰਦਾ ਹੋਮਿਓਪੈਥੀ ਨੇ ਅਜਿਹੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਿਹਦੇ ਬਾਰੇ ਆਰਥੋਡਾਕਸ ਆਰਥੋਡਾਕਸ ਜਿਹੜਾ ਤਰੀਕਾ ਸੀ, ਮੈਡੀਸਿਨ ਸੀ, ਉਹ ਉਸ ਬਿਮਾਰੀ ਦਾ ਇਲਾਜ ਕਰ ਹੀ ਨਹੀਂ ਸਕਦੀਆਂ ਸੀ। ਬੈਸਟ ਐਟ ਡੀਲਿੰਗ ਵਿਦ, ਮਤਲਬ ਕਿ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਬਾਰੇ ਇਹਨਾਂ ਨੇ ਦੱਸਤਾ ਵੀ ਕਿਹੜੀਆਂ ਪ੍ਰੋਬਲਮਸ ਨੂੰ, ਕਿਹੜੀਆਂ ਬਿਮਾਰੀਆਂ ਨੂੰ ਜਿਹੜੀ ਹੋਮਿਓਪੈਥੀ ਉਹ ਸਹੀ ਕਰ ਦਿੰਦੀ ਆ। ਇਨਫਲੇਮੇਟਰੀ ਕੰਡੀਸ਼ਨ ਹੋ ਗਈਆਂ, ਸਕਿਨ ਕੰਡੀਸ਼ਨ ਹੋ ਗਈਆਂ, ਮਾਈਗ੍ਰੇਨ ਹੋ ਗਿਆ, ਲਿੰਕ ਟੂ ਅਲਰਜੀ ਬਾਰੇ ਹੋ ਗਈਆਂ। ਮਤਲਬ ਕਿ ਇੱਥੇ ਆਪਾਂ ਨੂੰ ਸਾਫ਼ ਪਤਾ ਲੱਗ ਰਿਹਾ ਵੀ ਜਿਹੜੀ ਕਿ ਹੋਮਿਓਪੈਥੀ ਦੀ ਐਡਵਾਂਟੇਜ ਦੱਸੀਆਂ ਜਾ ਰਹੀਆਂ ਨੇ, ਹੋਮਿਓਪੈਥੀ ਦੇ ਫਾਇਦੇ ਕੀ ਨੇ। ਪਰ ਉੱਧਰ ਆਪਣਾ ਜਿਹੜਾ ਹੈਡਿੰਗ ਆ ਉਹ ਫਾਇਦੇ ਦੇ ਨਾਲ ਨਾਲ ਖਾਮੀਆਂ ਬਾਰੇ ਵੀ ਆ। ਹੁਣ ਆਪਾਂ ਨੂੰ ਇਹ ਦੇਖਣਾ ਪਊ ਵੀ ਇਹਦੇ ਵਿੱਚ ਹੋਮਿਓਪੈਥੀ ਦੀਆਂ ਜਿਹੜੀਆਂ ਲਿਮਿਟੇਸ਼ਨ ਨੇ ਉਹ ਦੱਸੀਆਂ ਗਈਆਂ ਨੇ ਜਾਂ ਫਿਰ ਨਹੀਂ। ਆਪਾਂ ਅੱਗੇ ਵੱਧਦੇ ਹਾਂ। ਬਟ ਹੋਮਿਓਪੈਥੀ ਇਜ਼ ਨਾਟ ਐਨ ਐਪਰੋਪਰੀਏਟ ਟ੍ਰੀਟਮੈਂਟ ਫਾਰ ਡੀਜਨਰੇਟਿਵ ਡਿਸੀਜ਼। ਸਾਫ਼ ਆਪਾਂ ਨੂੰ ਪਤਾ ਲੱਗ ਰਿਹਾ ਵੀ ਹੋਮਿਓਪੈਥੀ ਦੀ ਇੱਥੇ ਡਿਸਐਡਵਾਂਟੇਜ, ਲਿਮਿਟੇਸ਼ਨ ਦੇ ਬਾਰੇ ਗੱਲ ਕੀਤੀ ਗਈ ਆ ਵੀ ਹੋਮਿਓਪੈਥੀ ਕੀ ਨਹੀਂ ਕਰ ਸਕਦੀ। ਤੇ ਆਪਣਾ ਇੱਕੋ ਹੀ ਆਪਣਾ ਜਿਹੜਾ ਲਿਸਟ ਆਫ ਹੈਡਿੰਗ ਆਪਾਂ ਨੂੰ ਮਾਈਂਡ ਵਿੱਚ ਆਉਂਦਾ ਵੀ ਹਾਂ ਇਸ ਦਾ ਆਨਸਰ ਉਹੀ ਹੋ ਸਕਦਾ, ਤੇ ਉਹ ਆਪਣਾ ਹੈਗਾ, ਪਹਿਲਾਂ ਆਪਾਂ ਇੱਕ ਵਾਰੀ ਉਹ ਵੀ ਅਪਣਾ ਲੈਂਦੇ ਹਾਂ ਆਪਣਾ ਐਲੀਮੀਨੇਸ਼ਨ ਮੈਥਡ। ਠੀਕ ਹੈ, ਉਹਦੇ ਨਾਲ ਆਪਣਾ ਆਨਸਰ ਲੱਭਣਾ ਕਾਫੀ ਈਜ਼ੀ ਹੋ ਜਾਂਦਾ। ਦੀ ਫਿਊਚਰ ਬਾਰੇ ਕੋਈ ਗੱਲ ਨਹੀਂ ਹੋਈ, ਕੰਸਰਨ ਕੋਈ ਗੱਲ ਨਹੀਂ ਹੋਈ ਜੀ। ਕੰਪੈਰੀਜ਼ਨ ਵਿਦ ਟ੍ਰੈਡੀਸ਼ਨਲ ਹੋ ਚੁੱਕਿਆ, ਇਸ ਡਾਕਟਰ ਦੀ ਗੱਲ ਕੋਈ ਕਿਤੇ ਪਾਸੇ ਵੀ ਨਹੀਂ ਹੋਈ, ਇਹ ਵੀ ਹੋ ਚੁੱਕਿਆ। ਰਿਵਾਈਵਲ ਵੀ ਹੋ ਚੁੱਕਿਆ, ਪ੍ਰੈਪਰੇਸ਼ਨ ਮੈਡੀਸਿਨ ਦੀ ਕਰ ਲਈ ਆ, ਡਿਬੇਟ ਵੀ ਕਰ ਚੁੱਕੇ ਆ, ਐਸਪੈਕਟ ਵੀ ਲੱਭ ਚੁੱਕੇ ਆ, ਤੇ ਆਪਣਾ ਇੱਕੋ ਹੀ ਆਨਸਰ ਬਚਿਆ, ਉਹ ਹੈ ਐਡਵਾਂਟੇਜ ਐਂਡ ਲਿਮਿਟੇਸ਼ਨ ਆਫ ਹੋਮਿਓਪੈਥੀ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਿਹੜੇ ਲਿਸਟ ਆਫ ਹੈਡਿੰਗ ਨੇ ਇਸ ਨੂੰ ਸੋਲਵ ਕਰ ਸਕਦੇ ਹੋ। ਮੈਂ ਤੁਹਾਨੂੰ ਬਸ ਇੱਕੋ ਹੀ ਚੀਜ਼ ਕਹਿਣਾ ਚਾਹੁੰਦਾ, ਜੇ ਤੁਹਾਨੂੰ ਇਹ ਥੋੜ੍ਹਾ ਮੋਟਾ ਵੀ ਵਧੀਆ ਲੱਗਿਆ ਤਾਂ ਪਲੀਜ਼ ਕਮੈਂਟ ਕਰਕੇ ਦੱਸ ਦਿਓ, ਤਾਂ ਕਿ ਅੱਗੇ ਵਾਸਤੇ ਵੀ ਮੈਂ ਤੁਹਾਡੇ ਨਾਲ ਅਜਿਹਾ ਹੀ ਟਿਪਸ ਐਂਡ ਟ੍ਰਿਕਸ ਸ਼ੇਅਰ ਕਰ ਸਕਾਂ। ਹੋ ਸਕਦਾ ਥੋੜ੍ਹੀ ਮੋਟੀ ਪ੍ਰੋਬਲਮ ਆਈ ਹੋਵੇ, ਕਿਉਂਕਿ ਇਸ ਤਰੀਕੇ ਦੀ ਵੀਡੀਓ ਆਪਾਂ ਘੱਟ ਹੀ ਬਣਾਉਣੇ ਆ, ਪ੍ਰੈਕਟਿਸ ਘੱਟ ਆ। ਜੇ ਆਪਾਂ ਰੈਗੂਲਰਲੀ ਕਰਾਂਗੇ ਤਾਂ ਪ੍ਰੈਕਟਿਸ ਦੇ ਨਾਲ ਆਪਣੀ ਜਿਹੜੀ ਵੀਡੀਓ ਆ ਵਧੀਆ ਬਣਨ ਲੱਗ ਜਾਵੇਗੀ। ਜੇ ਤੁਹਾਨੂੰ ਇਹ ਜਿਹੜੇ ਟਿਪਸ ਐਂਡ ਟ੍ਰਿਕਸ ਨੇ ਵਧੀਆ ਲੱਗੀਆਂ ਨੇ ਤਾਂ ਮੈਂ ਅੱਗੇ ਤੋਂ ਵੀ ਹੋਰ ਕੋਸ਼ਿਸ਼ ਕਰਾਂਗਾ ਹਰ ਇੱਕ ਮੋਡਿਊਲ ਨੂੰ ਕਵਰ ਕਰਨ ਦੀ। ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਜੇ ਮਟੀਰੀਅਲ ਚਾਹੀਦਾ ਤਾਂ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਥੈਂਕ ਯੂ ਸੋ ਮਚ।